I am going to give you a summary of the chapter number 7, the interview. Interview has become a commonplace of journalism. Function, methods and merits of the interviews vary considerably. ਕੀ ਕਹਿੰਦੇ ਆ, ਕਹਿੰਦੇ ਜਿਹੜਾ ਇੰਟਰਵਿਊ ਆ, ਕਹਿੰਦੇ ਆਮ ਜੀ ਗੱਲ ਆ ਜਰਨਲਿਜ਼ਮ ਦੇ ਵਿੱਚ, ਜਰਨਲਿਜ਼ਮ ਮੀਡੀਆ ਵਗੈਰਾ ਦੇ ਵਿੱਚ, ਇਹਦੇ ਵਿੱਚ ਲੋਕ ਨੇ ਆਪਣੇ ਵਿਚਾਰ ਰੱਖਦੇ ਨੇ, ਜੋ ਕੰਮ ਕਰਦੇ ਉਹਨਾਂ ਬਾਰੇ ਦੱਸਦੇ ਨੇ, ਮੈਰਿਟਸ ਨੇ, ਬਹੁਤ ਸਾਰੀਆਂ ਮੈਰਿਟਸ ਵੀ ਨੇ, ਇਹਦੀਆਂ ਗੁਣ ਵੀ ਨੇ ਅਤੇ ਔਗਣ ਵੀ ਨੇ। ਸਮ ਕਲੇਮ ਇਟ ਬੀ ਹਾਈਐਸਟ ਫਾਰਮ ਦਾ ਸੋਰਸ ਆਫ ਟਰੁੱਥ, ਕਈ ਇਹਨੂੰ ਕਹਿੰਦੇ ਨੇ ਕਿ ਕੀ ਹੈ ਇਹ ਇੱਕ ਸੱਚਾਈ ਰੱਖਣ ਦਾ ਜ਼ਰੀਆ ਵਾ। ਐਂਡ ਇਟਸ ਪ੍ਰੈਕਟਿਸ ਐਂਡ ਆਰਟ, ਕਹਿੰਦੇ ਕੀ ਹੈ ਇੱਕ ਕਲਾ ਵੀ ਹੈ ਇੱਕ ਤਰ੍ਹਾਂ ਦੀ, ਜਿਵੇਂ ਆਪਾਂ ਆਪਣੇ ਵਿਚਾਰ ਰੱਖਦੇ ਹਾਂ ਵੀ ਉਹ ਇੱਕ ਕਲਾ ਵੀ ਆ। Some despise the interview as an unwarranted intrusion into the lives that which diminishes their personality। ਕਹਿੰਦੇ ਕਈ ਲੋਕ ਕਹਿੰਦੇ ਨੇ ਕਿ ਇੰਟਰਵਿਊ ਦੇ ਨਾਲ ਉਹਨਾਂ ਦੀ ਕੀ ਹੈ ਲਾਈਫ ਦੇ ਵਿੱਚ ਇੱਕ ਅਜਿਹੀ ਚੀਜ਼ ਆ ਜਾਂਦੀ ਹੈ ਵੀ ਜਿਹੜੀ ਕਿ ਕੀ ਆ ਮਤਲਬ ਕਿ ਉਹਨਾਂ ਦੀ ਪਰਸਨੈਲਿਟੀ ਨੂੰ ਖਰਾਬ ਕਰ ਦਿੰਦੀ ਆ। ਬਹੁਤ ਸਾਰੇ ਰਾਈਟਰਸ ਨੇ, ਇੰਗਲਿਸ਼ ਰਾਈਟਰਸ ਨੇ ਜਿਹੜੇ ਕਿ ਇਹਦੇ ਮਤਲਬ ਕਿ ਬਿਲਕੁਲ ਅਗੇਂਸਟ ਨੇ ਵੀ ਇੰਟਰਵਿਊ ਵਧੀਆ ਗੱਲ ਨਹੀਂ ਹੈਗੀ, ਇਹਦੇ ਨਾਲ ਜਿਹੜੀ ਉਹਨਾਂ ਦੀ ਪਰਸਨੈਲਿਟੀ ਆ ਵੀ ਉਹ ਖਰਾਬ ਹੁੰਦੀ ਹੈ, ਇਹਦੇ ਨਾਲ ਜਿਵੇਂ ਮਤਲਬ ਕਿ ਉਹ ਸੈਲੀਬ੍ਰਿਟੀ ਬਣ ਜਾਂਦੇ ਨੇ। ਜਦੋਂ ਸੈਲੀਬ੍ਰਿਟੀ ਬਣਦੇ ਨੇ ਤਾਂ ਬਹੁਤ ਸਾਰੇ ਲੋਕ ਉਹਨਾਂ ਬਾਰੇ ਗੱਲਾਂ ਕਰਨਗੇ, ਕਈ ਗਲਤ ਵੀ ਹੋ ਸਕਦੀਆਂ ਨੇ, ਕਈ ਚੰਗੀਆਂ ਵੀ ਹੋ ਸਕਦੀਆਂ ਨੇ। ਜਿਵੇਂ ਕਿ ਉਹਨਾਂ ਨੇ ਫਸਟ ਦਿੱਤੇ ਹੋਏ ਨੇ V.S. Naipaul feels that some people are wounded by the interviews and lose a part of themselves। ਕਈ ਲੋਕ ਤਾਂ ਕੀ ਹੈ ਵੀ ਜ਼ਖਮੀ ਹੋ ਜਾਂਦੇ ਨੇ ਇੰਟਰਵਿਊਜ਼ ਦੇ ਨਾਲ, ਉਹਨਾਂ ਦਾ ਮਤਲਬ ਕਿ ਬਹੁਤ ਸਾਰਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਰਹੱਸ ਨੇ, ਜਿਵੇਂ ਹਰੇਕ ਪਰਸਨ ਆ ਉਹਦੀ ਆਪਣੀ ਪ੍ਰਾਈਵੇਟ ਲਾਈਫ ਹੁੰਦੀ ਆ, ਉਹ ਖਰਾਬ ਹੁੰਦੀ ਆ। ਐਵੇਂ ਲਿਓਸ ਕਾਰਲ ਆ, ਉਹ ਵੀ ਕੀ ਹੈ ਇੰਗਲਿਸ਼ ਰਾਈਟਰ ਆ, ਕਹਿੰਦੇ ਨੈਵਰ ਕੰਸੀਡਰ ਟੂ ਬੀ ਇੰਟਰਵਿਊਡ ਫॉर ਹੀ ਬਿਲੀਵ ਟੂ ਬੀ ਅ ਜਸਟ ਹੌਰਰ ਫॉर ਦ ਇੰਟਰਵਿਊ, ਕਿਉਂਕਿ ਉਹਨੂੰ ਡਰ ਲੱਗਦਾ ਆ ਇੰਟਰਵਿਊਜ਼ ਤੋਂ, ਡਰ ਲੱਗਦਾ ਆ ਵੀ ਜਿਹੜੀਆਂ ਇੰਟਰਵਿਊਜ਼ ਨੇ ਕਹਿੰਦੇ ਉਹਦੇ ਲਈ ਇੱਕ ਡਰਾਵਣੀ ਚੀਜ਼ ਆ, ਵੀ ਉਹਨੂੰ ਬਹੁਤ ਬੁਰਾ ਲੱਗਦਾ ਵੀ ਇੰਟਰਵਿਊ ਦੇਣੀ ਉਹਨੂੰ ਚੰਗੀ ਨਹੀਂ ਲੱਗਦੀ, ਉਹ ਵੀ ਅਗੇਂਸਟ ਆ। ਐਵੇਂ ਰੋਡ ਕਿਪਲਿੰਗ ਆ, ਕਹਿੰਦੇ ਉਹ ਵੀ ਕੀ ਆ ਅਗੇਂਸਟ ਆ, ਇਹਦੇ ਇੰਟਰਵਿਊ ਦੇ ਅਗੇਂਸਟ ਆ। ਕੰਸੀਡਰਡ ਇਟ ਇਜ਼ ਇਮੋਰਲ ਆ ਕ੍ਰਾਈਮ ਐਂਡ ਇਨਸਲਟ ਦੈਟ ਮੈਰਿਟਸ ਪਨਿਸ਼ਮੈਂਟ, ਕਹਿੰਦੇ ਉਹ ਕੀ ਹੈ ਇੱਕ ਤਰ੍ਹਾਂ ਦਾ ਇਮੋਰਲ ਕ੍ਰਾਈਮ ਆ, ਜਿਵੇਂ ਕਹਿ ਦਈਏ ਗੈਰ ਮਨੁੱਖੀ ਕ੍ਰਾਈਮ ਆ ਉਹ ਇੱਕ ਤਰ੍ਹਾਂ ਦਾ, ਜਿਹਦੇ ਮਤਲਬ ਕਿ ਉਹਨੂੰ ਇੱਕ ਸਜ਼ਾ ਦੇ ਵਾਂਗੂ ਲੱਗਦਾ ਵੀ ਜਦੋਂ ਉਹ ਕੀ ਆ ਇੰਟਰਵਿਊ ਦੇਣਾ। ਰੋਡ ਕਪਲਿੰਗ ਜਿਹੜਾ ਕਿ ਜੰਗਲ ਬੁੱਕ ਦਾ ਰਾਈਟਰ ਆ, H.G. Wells refer interview to be an idol, ਕਹਿੰਦੇ ਉਹ ਵੀ ਕੀ ਕਹਿੰਦਾ, ਉਹ ਵੀ ਚੰਗਾ ਨਹੀਂ ਸਮਝਦਾ ਇੰਟਰਵਿਊ ਦੇਣਾ, ਵੀ ਉਹ ਕਹਿੰਦਾ ਵੀ ਨਹੀਂ ਇਹ ਤਾਂ ਇੱਕ ਅਪਰਾਧ ਆ ਇੰਟਰਵਿਊ ਤਾਂ, ਵੀ ਉਹ ਕੀ ਆ ਉਹਦੀ ਜਿਹੜੀ ਜ਼ਿੰਦਗੀ ਆ ਉਹਨੂੰ ਖਰਾਬ ਕਰ ਦੂਗੀ, ਉਹਦੀਆਂ ਬਹੁਤ ਸਾਰੀ ਜਿਵੇਂ ਪ੍ਰਾਈਵੇਟ ਲਾਈਫਸ ਹੁੰਦੀਆਂ ਨੇ ਲੋਕਾਂ ਦੀਆਂ, ਵੀ ਉਹ ਕੀ ਆ ਉਹਦੇ ਵਿੱਚ ਵੀ ਇੰਟਰਫੇਰੈਂਸ ਹੁੰਦੀ ਆ ਜਦੋਂ ਇੰਟਰਵਿਊ ਦਿੰਦੇ ਆ ਉਹ। ਸੋਇਲ ਬਲੋ ਡਿਸਕ੍ਰਾਈਬ ਇਟ ਲਾਈਕ ਅ ਥੰਬਪ੍ਰਿੰਟਸ ਔਨ ਦਾ ਸੋਇਲ ਬਲੋ ਆ, ਕਹਿੰਦੇ ਉਹ ਕਹਿੰਦਾ ਆ ਵੀ ਕੀ ਆ ਜਿਹੜੀ ਇੰਟਰਵਿਊ ਦੇਣਾ ਆ ਉਹ ਕੀ ਹੈ ਇੱਕ ਵਿੰਡ ਪਾਈਪ ਦੇ ਉੱਤੇ, ਜਿਵੇਂ ਬਹੁਤ ਸਾਰੀਆਂ ਇੰਟਰਵਿਊਜ਼ ਨੇ ਉਹ ਆਪਾਂ ਕੀ ਕਰਦੇ, ਲੋਕ ਰਿਕਾਰਡਿੰਗ ਹੁੰਦੀ ਆ ਮੀਡੀਆ ਦੇ ਵਿੱਚ ਜਾਂਦੀ ਆ ਤਾਂ ਗੱਲ ਤਾਂ ਪਬਲਿਕ ਜਿਹੜੇ ਲੋਕ ਨੇ, ਬਹੁਤ ਸਾਰੇ ਲੋਕ ਨੇ ਉਹਨਾਂ ਦੀ ਗੱਲਾਂ ਨੂੰ ਸੁਣਦੇ ਨੇ, ਉਹਨਾਂ ਦੀ ਗੱਲਾਂ ਨੂੰ ਫੋਲੋ ਕਰਦੇ ਨੇ। ਕਈ ਵਾਰ ਇੱਦਾਂ ਹੁੰਦਾ ਵੀ ਉਹਨਾਂ ਦੀਆਂ ਜਿਹੜੀਆਂ ਪਰਸਨਲ ਲਾਈਫਸ ਨੇ ਉਹਨਾਂ ਦੇ ਵੀ ਉਹਨਾਂ ਦਾ ਪ੍ਰਭਾਵ ਪੈਂਦਾ, ਵੀ ਉਹ ਮਤਲਬ ਕਿ ਉਹਨਾਂ ਨੂੰ ਕਈ ਵਾਰ ਇੱਦਾਂ ਦਾ ਕੋਈ ਕੁਐਸਚਨ ਪੁੱਟ ਕਰ ਲੈਂਦੇ ਨੇ ਜਿਹੜਾ ਕਿ ਉਹਨਾਂ ਨੂੰ ਹਰਟ ਕਰਦਾ ਆ, ਬਾਅਦ 'ਚ ਉਹਨਾਂ ਦੀ ਜਿਹੜੀ ਲਾਈਫ ਆ ਜਿਹੜੀ ਪਰਸਨਲ ਲਾਈਫ ਉਹ ਖਰਾਬ ਹੋ ਜਾਂਦੀ ਆ। ਕਹਿੰਦੇ ਉਹ ਥੰਬ ਪ੍ਰਿੰਟਸ ਲਾਈਕ ਆ ਥੰਬ ਪ੍ਰਿੰਟਸ ਔਨ ਦਾ ਵਿੰਡ ਪਾਈਪ, ਜਿਵੇਂ ਵਿੰਡ ਪਾਈਪ ਦੇ ਉੱਤੇ ਕੋਈ ਥੰਬ ਪ੍ਰਿੰਟ ਛੱਡ ਗਿਆ ਹੋਵੇ ਇੱਦਾਂ ਲੱਗਦਾ। ਡਿਸਪਾਈਟ ਦਾ ਡਰਾਬੈਕਸ, ਕਹਿੰਦੇ ਇਹਨਾਂ ਡਰਾਬੈਕਸ ਹੋਣ ਦੇ ਬਾਵਜੂਦ ਵੀ ਇੰਟਰਵਿਊ ਇਜ਼ ਸੁਪਰੀਮਲੀ ਸਵਰਸੀਬਲ, ਬਹੁਤ ਵਧੀਆ ਮੀਡੀਅਮ ਆ ਆਫ ਕਮਿਊਨੀਕੇਸ਼ਨ ਦਾ, ਸੰਚਾਰ ਦਾ। ਇੰਟਰਵਿਊਜ਼ ਆਰ ਮੋਸਟ ਵਿਵਿਡ ਇੰਪਰੈਸ਼ਨ ਟੂ ਆਰ ਕੰਟੈਂਪਰੇਰੀ, ਇੰਟਰਵਿਊਜ਼ ਨੇ ਜਿਹੜੀਆਂ ਬਹੁਤ ਕਹਿੰਦੇ ਸਾਡੀ ਜ਼ਿੰਦਗੀ ਦੇ ਉੱਤੇ ਬਹੁਤ ਪ੍ਰਭਾਵ ਪਾਉਂਦੀਆਂ ਨੇ। ਇੰਟਰਵਿਊਜ਼ ਹੋਲਡ ਅ ਪੋਜੀਸ਼ਨ ਆਫ ਅਨਪ੍ਰੈਡਿਕਟਡ ਪਾਵਰ, ਜਿਹੜੇ ਇੰਟਰਵਿਊਜ਼ ਹੁੰਦੇ ਨੇ ਕਹਿੰਦੇ ਉਹਨਾਂ ਕੋਲ ਅੱਛੀ ਪੋਜੀਸ਼ਨ ਹੁੰਦੀ ਹੈ, ਪਾਵਰ ਹੁੰਦਾ, ਇਨਫਲੂਐਂਸ ਪ੍ਰਭਾਵ ਹੁੰਦਾ, ਵੀ ਵਧੀਆ ਲੋਕ ਨੇ ਜਿਹੜੇ ਇੰਟਰਵਿਊ ਲੈਂਦੇ ਨੇ। ਨੈਕਸਟ ਸੈਕਿੰਡ ਪਾਰਟ ਆ, 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਚੈਪਟਰ ਆ। ਲੇਕਿਨ ਸੈਕਿੰਡ ਪਾਰਟ ਆ, ਸੈਕਿੰਡ ਪਾਰਟ ਦੇ ਵਿੱਚ 2 ਪਰਸਨ ਨੇ ਜਿਹੜੇ ਕਿ ਕੀ ਆ ਮਤਲਬ ਕਿ ਇੱਕ ਮੀਡੀਆ ਦਾ ਪਰਸਨ ਆ ਜਿਹੜਾ ਕਿ ਉਹ ਇੱਕ ਨਾਂ ਆ ਆਬੈਟੋ ਇਕੋ, ਬਹੁਤ ਅੱਛਾ ਆਥਰ ਆ, ਰਾਈਟਰ ਆ, ਉਹਦੀ ਇੰਟਰਵਿਊ ਲੈ ਰਿਹਾ ਵਾ। ਕੌਣ ਲੈ ਰਿਹਾ? ਉਹ ਮੁਕਤ ਪਰਮਾਨੰਦ। ਕਹਿੰਦੇ ਅਬੈਟੋ ਇਕੋ ਵਾਜ਼ ਅ ਪ੍ਰੋਫੈਸਰ ਆ, ਇਨਫੋਰਮੇਟਿਵ ਰੈਪੂਟੇਸ਼ਨ, ਬਹੁਤ ਅੱਛੀ ਰੈਪੂਟੇਸ਼ਨ ਉਹਦੀ, ਸਕਾਲਰ ਆ ਉਹ ਫॉर ਦ ਆਈਡੀਆਜ਼ ਔਨ ਸਿਮੈਂਟਿਕ, ਇੱਕ ਸਾਇੰਸ ਆ ਫਿਕਸ਼ਨ ਦੀ ਸਾਇੰਸ ਆ ਉਹਦੇ ਵਿੱਚ, ਲਿਟਰੇਰੀ ਇੰਟਰਪ੍ਰੀਟੇਸ਼ਨ ਐਂਡ ਮੈਡੀਵਲ ਐਸਥੈਟਿਕ ਬਿਫੋਰ ਹੀ ਟਰਨ ਇਨਟੂ ਦਾ ਰਾਈਟਰੀ ਲਿਟਰੇਰੀ ਫਿਕਸ਼ਨ ਹੀ ਅਟੇਨਡ ਇੰਟੈਲੈਕਚੁਅਲ ਸਪਾਰਡਮ। ਕਹਿੰਦੇ ਉਹਨੇ ਇੱਕ ਰਾਈਟਰ ਬੁੱਕ ਲਿਖੀ ਆ ਵਿਦ ਹਿਸ ਪਬਲੀਕੇਸ਼ਨ ਦਾ ਨੇਮ ਆਫ ਦਾ ਰੋਜ਼, ਨੇਮ ਆਫ ਦਾ ਰੋਜ਼ ਇੱਕ ਉਹਨੇ ਕੀ ਆ ਬੁੱਕ ਲਿਖੀ ਆ, ਉਹਦੇ ਨਾਲ ਉਹ ਬਹੁਤ ਜ਼ਿਆਦਾ ਫੇਮਸ ਹੋ ਗਿਆ ਉਹ ਬੁੱਕ ਲਿਖਣ ਦੇ ਨਾਲ, ਅਤੇ ਉਹਨੂੰ ਕੀ ਆ ਉਹਨੂੰ ਇੰਟਰਵਿਊ ਲਈ ਬੁਲਾਇਆ ਗਿਆ ਵਾ। ਇਨ ਦਾ ਇੰਟਰਵਿਊ ਇਕੋ ਸ਼ੇਅਰ ਹਿਜ਼ ਆਈਡੀਆ, ਇੰਟਰਵਿਊ ਦੇ ਵਿੱਚ ਜਿਹੜਾ ਇਕੋ ਆ ਉਹ ਆਪਣੇ ਆਈਡੀਆ ਸ਼ੇਅਰ ਕਰਦਾ। ਐਮਪਥੀ ਸਪੇਸਿਸ, ਉਹ ਕਹਿੰਦਾ ਵਾ ਐਮਪਥੀ ਸਪੇਸਿਸ ਟੂ ਆਰ ਲਾਈਫ ਜਸਟ ਐਜ਼ ਐਗਜ਼ਿਸਟੈਂਟ ਐਟਮ ਵਿਚ ਹੀ ਕਾਲਸ ਐਗਜ਼ਿਸਟੈਂਸ ਐਂਡ ਸੇਜ਼ ਦੈਟ ਹੀ ਮੇਕਸ ਯੂਜ਼ ਆਫ ਥੀਸ ਐਮਪਟੀ ਸਪੇਸਿਸ ਟੂ ਵਰਕ। ਤਾਂ ਜਿਹੜਾ ਪਰਸਨ ਆ ਉਹਨੂੰ ਪੁੱਛਦਾ ਆ, ਜਿਹੜਾ ਇੰਟਰਵਿਊ ਲੈਣ ਵਾਲਾ ਵਿਅਕਤੀ ਉਹਨੂੰ ਪੁੱਛਦਾ ਆ, ਕਹਿੰਦਾ ਵੀ ਤੂੰ ਜਿਹੜੀ ਇੰਟਰਵਿਊ ਵੀ ਮਤਲਬ ਕਿ ਤੂੰ ਇੰਨਾ ਕੁਛ ਕਿੱਦਾਂ ਕਰ ਲੈਣਾ,
ਵੀ ਇੱਕ ਸਕੋਲਰ ਵੀ ਹਾਂ, ਇੱਕ ਔਥਰ ਵੀ ਹਾਂ, ਬਾਕੀ ਆਰਟੀਕਲਸ ਵਗੈਰਾ ਵੀ ਤੂੰ ਲਿਖਦਾ ਆ, ਇੰਨਾ ਕੁਛ ਕਿੱਦਾਂ ਤੂੰ ਮੈਨੇਜ ਕਰ ਲੈਂਦਾ। ਤਾਂ ਉਹ ਦੱਸਦਾ ਵੀ ਮੈਂ ਆਪਦੀ ਜਿਹੜੀ ਐਮਪਟੀ ਸਪੇਸਿਸ ਨੇ ਉਹਨਾਂ ਨੂੰ ਭਰ ਕੇ ਰੱਖਦਾ। ਉਹ ਕਹਿੰਦਾ ਐਮਪਟੀ ਸਪੇਸਿਸ ਦਾ ਕੀ ਮਤਲਬ ਆ, ਵੀ ਉਹ ਕਨਫਿਊਜ਼ ਹੋ ਜਾਂਦਾ ਵਾ। ਇੱਕੋ ਆ ਉਹ ਮਤਲਬ ਕਿ ਜਿਹੜਾ ਉਹ ਮੁਕੰਦ ਹੁੰਦਾ ਉਹ ਕਨਫਿਊਜ਼ ਹੋ ਜਾਂਦਾ। ਉਹ ਕਹਿੰਦਾ ਵੀ ਐਵੇਂ ਐਵੇਂ ਕਿਵੇਂ ਹੋ ਸਕਦਾ, ਵੀ ਕੀ ਮਤਲਬ ਐਮਪਟੀ ਸਪੇਸਿਸ ਦਾ। ਉਹ ਕਹਿੰਦਾ ਵੀ ਜੇ ਮੰਨ ਲਾ ਵੀ ਹੁਣ ਤੂੰ ਮੇਰੇ ਕੋਲ ਆ ਰਿਹਾ ਸੀ, ਜਦੋਂ ਮੈਨੂੰ ਪਤਾ ਲੱਗ ਗਿਆ ਵੀ ਤੂੰ ਬਿਲਡਿੰਗ ਦੇ ਵਿੱਚ ਐਂਟਰ ਹੋ ਰਿਹਾ, ਤਾਂ ਉਨੇ ਟਾਈਮ ਦੇ ਵਿੱਚ ਮੈਂ ਕੀ ਕੀਤਾ, ਮੈਂ ਇੱਕ ਆਰਟੀਕਲ ਲਿਖਤਾ। ਕਹਿੰਦਾ ਉਹ ਹੋ ਗਿਆ ਵੀ ਮੈਂ ਆਪਣਾ ਜਿਹੜਾ ਟਾਈਮ ਆ ਉਹ ਵੇਸਟ ਨਹੀਂ ਕਰਦਾ, ਉਹ ਫ੍ਰੀ ਟਾਈਮ ਦੇ ਵਿੱਚ ਮੈਂ ਕੁਛ ਨਾ ਕੁਛ ਲਿਖ ਦਿੰਦਾ ਆ। ਤਾਂ ਉਹਦਾ ਮਤਲਬ ਕਹਿਣ ਦਾ ਮਤਲਬ ਆ ਵੀ ਮੈਂ ਐਮਪਟੀ ਸਪੇਸਿਸ ਨਹੀਂ ਉਹ ਆਪਣੇ ਵਰਕ ਦੇ ਨਾਲ ਫਿਲ ਕਰ ਦਿੰਦਾ ਆ। ਇਕੋਜ਼ ਐਸੇ ਵਾ ਸਕੋਰਲੀ ਇਕੋ ਐਸੇ ਆ ਜਿਹੜੇ ਬਹੁਤ ਵਧੀਆ ਨੇ, ਨਰੇਟਿਵ ਫਾਰਮ ਦੇ ਵਿੱਚ ਲਿਖੇ ਹੋਏ ਨੇ। ਹੀ ਲਾਈਕਸ ਟੂ ਬੀ ਆਈਡੈਂਟੀਫਾਈਡ ਮੋਰ ਐਂਡ ਯੂਨੀਵਰਸਿਟੀ ਪ੍ਰੋਫੈਸਰ, ਕਹਿੰਦੇ ਉਹਨੂੰ ਕੀ ਆ ਯੂਨੀਵਰਸਿਟੀ ਪ੍ਰੋਫੈਸਰ ਕਹਿੰਦੇ ਜ਼ਿਆਦਾ ਵਧੀਆ ਲੱਗਦਾ, ਮਤਲਬ ਕਿ ਲੋਕ ਉਹਦੇ ਨਾਂ ਨਾਲ ਪਛਾਣਨ ਉਹਨੂੰ। ਹੂ ਰਾਈਟਸ ਨਾਵਲ, ਕਹਿੰਦੇ ਨਾਵਲਸ ਵੀ ਲਿਖਦਾ। ਇਕੋ ਦਾ ਨੇਮ ਆਫ ਰੋਜ਼ ਆ ਸੀਰੀਅਸ ਨਾਵਲ, ਇਕੋ ਨੇ ਇੱਕ ਨਾਵਲ ਲਿਖੀ ਆ ਜਿਹਦਾ ਨਾਂ ਆ ਨੇਮ ਆਫ ਰੋਜ਼ ਆ, ਵਿਚ ਡਿਵੈਲਸ ਇਨਟੂ ਦਾ ਮੈਟਾਫਿਜ਼ਿਕਸ ਥਿਓਲੋਜੀ ਮੈਡੀਵਲ ਹਿਸਟਰੀ ਇੰਜੋਇਡ ਆ ਮਾਸ ਆਡੀਅੰਸ, ਜਿਹਨੂੰ ਬਹੁਤ ਸਾਰੇ ਲੋਕ ਨੇ ਜਿਹੜੇ ਇੰਜੋਏ ਕਰਦੇ। ਇਟ ਡੈਲਟ ਵਿਦ ਦਾ ਮੈਡੀਵਲ ਪਾਸਟ, ਪੁਰਾਣੇ ਇਤਿਹਾਸ ਦੇ ਨਾਲ ਜੁੜੀ ਹੋਈ ਹੈ। ਇਟ ਫੀਲਸ ਦੈਟ ਦਾ ਨਾਵਲ ਵੁੱਡ ਹੈਵ ਬੀਨ ਸੋ ਵੈਲ ਰਿਸੀਵਡ had it been written 10 years earlier or later, ਕਹਿੰਦੀ ਜਿਹੜੀ ਨਾਵਲ ਆ ਕਹਿੰਦੀ ਉਹ 10 ਸਾਲ ਪਹਿਲਾਂ, ਐਂ ਲੱਗਦਾ ਵੀ 10 ਸਾਲ ਪਹਿਲਾਂ ਲਿਖੀ ਗਈ ਆ। ਬਹੁਤ ਵਧੀਆ ਨਾਵਲ ਆ। ਦੈਟਸ ਯੂਅਰ ਸਮਰੀ ਆਫ ਦਾ